ਸਤਿ ਸ਼੍ਰੀ ਅਕਾਲ। HSN ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ। ਮੈਂ ਹਾਂ ਸ਼ੀਤਲ। ਸਭ ਤੋਂ ਪਹਿਲਾਂ ਇੱਕ ਝਾਤ ਮਾਰੀਏ ਅੱਜ ਦੀਆਂ ਖਾਸ ਖਬਰਾਂ ਤੇ। ਵਾਈਟ ਹਾਊਸ ਨੇ ਯੂਕਰੇਨ ਦੇ ਲਈ ਮੰਗੇ $13.7 ਅਰਬ। ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਸਰਜਨ ਨੇ ਲੱਖਾਂ ਡਾਲਰ ਦੀ ਰਿਸ਼ਵਤ ਲੈਣ ਦਾ ਦੋਸ਼ ਕੀਤਾ ਸਵੀਕਾਰ। ਕੈਨੇਡਾ ਦੇ ਵਿੱਚ ਪੰਜਾਬੀ ਮੂਲ ਦੇ ਫਿਲਮ ਨਿਰਮਾਤਾ ਦਾ ਹੋਇਆ ਕਤਲ। ਪਿਛਲੇ ਸਾਲ ਦੇ ਮੁਕਾਬਲੇ ਟੋਰਾਂਟੋ ਦੇ ਵਿੱਚ 34% ਘੱਟ ਰਹੀ ਘਰਾਂ ਦੀ ਵਿਕਰੀ। ਗੱਡੀ ਦੇ ਵੱਲੋਂ ਟੱਕਰ ਮਾਰੇ ਜਾਣ ਦੇ ਕਾਰਨ ਮਹਿਲਾ ਦੀ ਹੋਈ ਮੌਤ। 3 ਸਾਲ ਬਾਅਦ ਪ੍ਰਧਾਨ ਮੰਤਰੀ ਮੋਦੀ ਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਦੀ ਮੁਲਾਕਾਤ ਸੰਭਵ। ਜੰਮੂ ਕਸ਼ਮੀਰ ਦੇ ਸੋਪੋਰ ਦੇ ਵਿੱਚ ਹਾਈਬ੍ਰਿਡ ਅਤਵਾਦੀ ਗ੍ਰਿਫਤਾਰ, ਹਥਿਆਰ ਹੋਏ ਬਰਾਮਦ। ਕਸ਼ਮੀਰ ਦੇ ਵਿੱਚ ਕੀਤੇ ਜਾ ਰਹੇ ਕਤਲਾਂ ਨੂੰ ਲੈ ਕੇ ਭਾਜਪਾ ਆਗੂ ਆਰਪੀ ਸਿੰਘ ਦਾ ਬਿਆਨ, ਕਹੀ ਵੱਡੀ ਗੱਲ। ਚਰਚ ਬੇਅਦਬੀ 21 ਲੋਕ ਲਏ ਗਏ ਹਿਰਾਸਤ ਦੇ ਵਿੱਚ, ਸਕੈਚ ਬਣਵਾਏ ਵੜਿੰਗ ਕਾਂਗਰਸੀਆਂ ਸਣੇ ਪਹੁੰਚੇ ਤਰਨਤਾਰਨ। ਕੈਪਟਨ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ, ਘੱਟ ਗਿਣਤੀ ਦਰਜੇ ਨੂੰ ਰਾਸ਼ਟਰੀ ਪੱਧਰ ਤੇ ਨਿਰਧਾਰਤ ਕਰਨ ਦੀ ਲੋੜ ਤੇ ਦਿੱਤਾ ਜ਼ੋਰ। ਚੰਡੀਗੜ੍ਹ ਦੇ ਵਿੱਚ ਸਵਾਈਨ ਫਲੂ ਦੀ ਦਸਤਕ, 2 ਮਰੀਜ਼ਾਂ ਦੀ ਆਈ ਰਿਪੋਰਟ ਪੋਜ਼ਿਟਿਵ। ਪੰਜਾਬ ਦੇ ਵਿੱਚ ਡੀਜੀਪੀ ਦੀ ਕੁਰਸੀ ਦੇ ਲਈ ਜੰਗ, ਭਵਰਾ ਕਰ ਰਹੇ ਨੇ ਵਾਪਸੀ, ਹਟਾਉਣ ਦੇ ਲਈ ਕਾਨੂੰਨੀ ਰਾਏ ਲੈ ਰਹੀ ਸਰਕਾਰ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਾਂਗਰਸ ਨੂੰ ਯੂਕਰੇਨ ਦੇ ਲਈ $13.7 ਅਰਬ ਦੀ ਐਮਰਜੈਂਸੀ ਸਹਾਇਤਾ ਦੀ ਬੇਨਤੀ ਕੀਤੀ ਹੈ। ਇਹ ਬੇਨਤੀ $47.1 ਅਰਬ ਦੇ ਵੱਡੇ ਸੰਕਟਕਾਲੀਨ ਖਰਚ ਪੈਕੇਜ ਦਾ ਹਿੱਸਾ ਹੈ। ਵਾਈਟ ਹਾਊਸ ਨੇ ਕੋਰੋਨਾ ਸੰਬੰਧੀ ਕਰਵਾਈ ਮੌਜੂਦਾ ਮੰਕੀਪੌਕਸ ਮਹਾਮਾਰੀ ਤੇ ਕੈਂਟੂਕੀ ਤੇ ਹੋਰ ਸੂਬਿਆਂ ਦੇ ਵਿੱਚ ਹਾਲ ਦੀਆਂ ਕੁਦਰਤੀ ਆਫਤਾਂ ਦੇ ਸਿਲਸਿਲੇ ਦੇ ਵਿੱਚ ਖਰਚ ਕਰਨ ਦੇ ਲਈ ਇਸ ਪੈਕੇਜ ਦਾ ਪ੍ਰਸਤਾਵ ਦਿੱਤਾ ਹੈ। ਅਮਰੀਕੀ ਸੰਸਦ ਕਾਂਗਰਸ ਨੂੰ ਸੰਘੀ ਏਜੰਸੀਆਂ ਦੇ ਫੰਡ 30 ਸਤੰਬਰ ਤੱਕ ਖਤਮ ਹੋਣ ਤੋਂ ਪਹਿਲਾਂ ਉਹਨਾਂ ਦੀ ਫੰਡਿੰਗ ਵਧਾਉਣੀ ਹੋਵੇਗੀ। ਯੂਕਰੇਨ ਦੇ ਨਾਲ ਸੰਬੰਧਿਤ ਰਕਮ $40 ਅਰਬ ਦੀ ਉਸ ਸਹਾਇਤਾ ਦੇ ਵਿੱਚ ਸਭ ਤੋਂ ਉੱਤੇ ਹੈ, ਜਿਸ ਨੂੰ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਹੈ ਕਿ ਉਹ ਫੌਜੀ ਅਤੇ ਬਜਟ ਸਹਾਇਤਾ ਦਾ 3/4 ਦਿੱਤਾ ਜਾ ਚੁੱਕਿਆ ਹੈ। ਯੂਕਰੇਨ ਦੇ ਲਈ ਸਹਾਇਤਾ ਰਕਮ ਦੇ ਵਿੱਚ ਉਪਕਰਨ, ਖੁਫੀਆ ਸਹਿਯੋਗ, ਸਾਜ਼ੋ ਸਮਾਨ ਤੇ ਸਿੱਧੀ ਬਜਟ ਸਹਿਯੋਗ ਦੇ ਲਈ ਪੈਸੇ ਸ਼ਾਮਲ ਨੇ। ਉਸ ਦੇ ਵਿੱਚ $1.5 ਅਰਬ ਯੂਰੇਨੀਅਮ ਦੇ ਲਈ ਵੀ ਸ਼ਾਮਲ ਹੋਵੇਗਾ ਤਾਂ ਕਿ ਅਮਰੀਕੀ ਪਰਮਾਣੂ ਪਲਾਂਟ ਦੇ ਲਈ ਇੰਧਨ ਮਿਲਦਾ ਰਹੇ, ਕਿਉਂਕਿ ਰੂਸ ਤੋਂ ਸਪਲਾਈ ਦੇ ਵਿੱਚ ਗਿਰਾਵਟ ਆ ਸਕਦੀ ਹੈ। ਉਧਰ ਇੱਕ ਭਾਰਤੀ ਅਮਰੀਕੀ ਨਿਊਜ਼ ਸੋਰਸਰਜ਼ਨ ਨੇ ਕੈਲੀਫੋਰਨੀਆ ਦੇ ਵਿੱਚ ਹੁਣ ਬੰਦ ਹੋ ਚੁੱਕੇ ਇੱਕ ਮੈਡੀਕਲ ਅਦਾਰੇ ਦੇ ਵਿੱਚ ਰੀੜ੍ਹ ਦੀ ਹੱਡੀ ਦੀ ਸਰਜਰੀ ਦੇ ਲਈ ਲਗਭਗ $33 ਲੱਖ ਦੀ ਰਿਸ਼ਵਤ ਲੈਣ ਦੇ ਅਪਰਾਧਿਕ ਦੋਸ਼ ਸਵੀਕਾਰ ਕਰ ਲਏ ਨੇ। ਸੈਨ ਡਿਏਗੋ ਨਿਵਾਸੀ ਲੋਕੇਸ਼ ਤੰਤੂਬੂਆ ਨੇ ਸੇਵਾ ਦੇ ਵਿੱਚ ਧੋਖਾਧੜੀ ਕਰਨ ਤੇ ਸੰਘੀ ਰਿਸ਼ਵਤ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ। ਨਿਆਂ ਵਿਭਾਗ ਨੇ ਕਿਹਾ ਕਿ ਲੋਕੇਸ਼ ਮਈ 2021 ਨੂੰ ਸੰਘੀ ਹਿਰਾਸਤ ਦੇ ਵਿੱਚ ਹੈ, ਜਦੋਂ ਉਸ ਨੂੰ ਉਸਦੀ ਪ੍ਰੀ ਟ੍ਰਾਇਲ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ। ਸਾਲ 2010 ਅਤੇ 2013 ਦੇ ਦਰਮਿਆਨ ਦਾਇਰ ਪਟੀਸ਼ਨਾਂ ਤੇ ਲੋਕੇਸ਼ ਦੁਆਰਾ ਦਿੱਤੇ ਗਏ ਬਿਆਨਾਂ ਦੇ ਅਨੁਸਾਰ ਉਸਨੇ ਲੌਂਗ ਬੀਚ ਦੇ ਪੈਸੀਫਿਕ ਹਸਪਤਾਲ ਦੇ ਵਿੱਚ ਰੀੜ੍ਹ ਦੀ ਹੱਡੀ ਤੇ ਆਪਰੇਸ਼ਨਾਂ ਦੇ ਲਈ ਮਾਈਕਲ ਡੈਰੋਬੋਟ ਤੋਂ ਗੈਰ ਕਾਨੂੰਨੀ ਭੁਗਤਾਨ ਸਵੀਕਾਰ ਕੀਤਾ ਸੀ। ਡੈਰੋਬੋਟ ਪੈਸੀਫਿਕ ਹਸਪਤਾਲ ਦਾ ਮਾਲਕ ਸੀ। ਇਸ ਹਸਪਤਾਲ ਨੂੰ ਰੀੜ੍ਹ ਦੀ ਹੱਡੀ ਤੇ ਹੱਡੀਆਂ ਦੀ ਸਰਜਰੀ ਦੇ ਵਿੱਚ ਮੁਹਾਰਤ ਹਾਸਲ ਸੀ। ਸੰਘੀ ਵਕੀਲਾਂ ਨੇ ਦੋਸ਼ ਲਗਾਇਆ ਕਿ ਰਿਸ਼ਵਤ ਦੀ ਰਕਮ ਇਸ ਗੱਲ ਤੇ ਨਿਰਭਰ ਕਰਦੀ ਸੀ ਕਿ ਸਰਜਰੀ ਕਿਸ ਕਿਸਮ ਦੀ ਸੀ। ਨਿਆਂ ਵਿਭਾਗ ਦੇ ਅਨੁਸਾਰ ਡੈਰੋਬੋਟ ਨੇ ਉਹਨਾਂ ਹਜ਼ਾਰਾਂ ਮਰੀਜ਼ਾਂ ਨੂੰ ਰੀੜ੍ਹ ਦੀ ਹੱਡੀ ਦੀ ਸਰਜਰੀ ਅਤੇ ਹੋਰ ਡਾਕਟਰੀ ਸੇਵਾਵਾਂ ਦੇ ਲਈ ਪੈਸੀਫਿਕ ਹਸਪਤਾਲ ਦੇ ਵਿੱਚ ਰੈਫਰ ਕਰਨ ਦੇ ਬਦਲੇ ਦੇ ਵਿੱਚ ਡਾਕਟਰ, ਕਾਰਪੋਰੇਟਰਾਂ ਅਤੇ ਮਾਰਕੀਟਰਾਂ ਦੇ ਨਾਲ ਮਿਲ ਕੇ ਰਿਸ਼ਵਤ ਦੀ ਸਾਜ਼ਿਸ਼ ਰਚੀ, ਜਿਸ ਦਾ ਇਲਾਜ ਦੇ ਨਾਲ ਭੁਗਤਾਨ ਕੈਲੀਫੋਰਨੀਆ ਦੀ ਕਾਮਿਆਬੀ ਮੁਆਵਜ਼ਾ ਪ੍ਰਣਾਲੀ ਦੇ ਦੁਆਰਾ ਕੀਤਾ ਜਾਣਾ ਸੀ। ਵਿਭਾਗ ਨੇ ਦੋਸ਼ ਲਗਾਇਆ ਕਿ ਯੋਜਨਾ ਦੇ ਪਿਛਲੇ 5 ਸਾਲਾਂ ਦੇ ਵਿੱਚ ਰੀੜ੍ਹ ਦੀ ਸਰਜਰੀ ਦੇ ਨਾਲ ਸੰਬੰਧਿਤ ਮੈਡੀਕਲ ਬਿੱਲਾਂ ਦੇ ਵਿੱਚੋਂ $50 ਕਰੋੜ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ, ਜਿਸ ਦੇ ਵਿੱਚ ਰਿਸ਼ਵਤ ਵੀ ਸ਼ਾਮਲ ਹੈ। ਤੰਤੂਬਿਆ ਨੇ ਮੰਨਿਆ ਕਿ ਉਹ ਜਾਣਦਾ ਸੀ ਕਿ ਮੈਡੀਕਲ ਸੇਵਾਵਾਂ ਦੇ ਲਈ ਰੈਫਰਲ ਦੇ ਲਈ ਮਿਲੀ ਰਕਮ ਗੈਰ ਕਾਨੂੰਨੀ ਸੀ। ਤੰਤੂਬਿਆ ਨੂੰ ਗੈਰ ਕਾਨੂੰਨੀ ਭੁਗਤਾਨ ਦੇ ਵਿੱਚ ਲਗਭਗ $33 ਲੱਖ ਪ੍ਰਾਪਤ ਹੋਣ ਦਾ ਅਨੁਮਾਨ ਹੈ। ਕੈਨੇਡਾ ਦੇ ਸ਼ਹਿਰ ਸਰੀ ਦੇ 14100 ਬਲਾਕ ਦੇ ਕਾਟ ਐਵਨਿਊ ਦੇ ਨੇੜੇ ਗੁਆਂਢੀਆਂ ਦੇ ਨਾਲ ਹੋਏ ਝਗੜੇ ਦੇ ਵਿੱਚ ਪੰਜਾਬੀ ਮੂਲ ਦੇ ਫਿਲਮ ਨਿਰਮਾਤਾ ਮਨਬੀਰ ਮਨੀ ਅਮਰ ਦੀ ਮੌਤ ਹੋ ਜਾਣ ਦੇ ਨਾਲ ਸਮਾਚਾਰ ਪ੍ਰਾਪਤ ਹੋਇਆ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਇਹ ਝਗੜਾ ਇਕੋਲ ਵੁੱਡਵਰਡ ਹਿੱਲ ਦੇ ਨੇੜੇ ਦੁਪਹਿਰ 2 ਵਜੇ ਦੇ ਕਰੀਬ ਹੋਇਆ। ਪੁਲਿਸ ਨੇ ਮਨਬੀਰ ਮਨੀ ਅਮਰ ਦੇ ਕਤਲ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ, ਪਰ ਉਸ ਦਾ ਨਾਮ ਜ਼ਾਹਰ ਨਹੀਂ ਕੀਤਾ। ਆਰਸੀਐਮਪੀ ਨੂੰ ਨਿਊਟਨ ਇਲਾਕੇ ਦੇ ਵਿੱਚ 2 ਆਦਮੀਆਂ ਦੇ ਵਿਚਕਾਰ ਝਗੜੇ ਦੇ ਦੌਰਾਨ ਮੌਕੇ ਤੇ ਸੱਦਿਆ ਗਿਆ ਸੀ। ਇਸ ਬਿਆਨ ਦੇ ਵਿੱਚ ਕਿਹਾ ਗਿਆ ਸੀ ਕਿ ਅਧਿਕਾਰੀ ਨੇ ਅਮਨ ਨੂੰ ਜ਼ਖਮੀ ਹਾਲਤ ਵਿੱਚ ਪਾਇਆ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਮੀਡੀਆ ਰਿਲੇਸ਼ਨ ਅਫਸਰ ਟਿਮੋਥੀ ਪਿਰੋਟੀ ਨੇ ਕਿਹਾ ਕਿ 2 ਗੁਆਂਢੀਆਂ ਦੇ ਵਿਚਕਾਰ ਲੜਾਈ ਦਾ ਮਾਮਲਾ ਸੀ। ਦੁਖਦਾਈ ਹੈ ਕਿ ਸਥਿਤੀ ਇਸ ਹੱਦ ਤੱਕ ਵੱਧ ਗਈ ਕਿ ਇੱਕ ਵਿਅਕਤੀ ਦੀ ਜਾਨ ਚਲੀ ਗਈ। ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰੀ ਟੋਰਾਂਟੋ ਦੇ ਘਰਾਂ ਦੀ ਵਿਕਰੀ 34% ਘੱਟ ਰਹੀ, ਪਰ ਇਹ ਜੁਲਾਈ ਦੇ ਮਹੀਨੇ ਦੇ ਨਾਲੋਂ 15% ਵੱਧ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਘਰਾਂ ਦੀ ਮਾਰਕੀਟ ਸਸਤੀ ਹੋਣ ਦੇ ਕਾਰਨ ਲੋਕ ਜਲਦ ਤੋਂ ਜਲਦ ਘਰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ। ਬੋਰਡ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਇਸ ਮਹੀਨੇ ਘਰਾਂ ਦੀ ਵਿਕਰੀ 5627 ਰਹੀ, ਜਦਕਿ ਪਿਛਲੀ ਅਗਸਤ 8549 ਸੀ ਔਰ ਜੁਲਾਈ 2022 ਦੇ ਵਿੱਚ 4900 ਸੀ। ਪਿਛਲੇ 4 ਮਹੀਨਿਆਂ ਦੇ ਮੁਕਾਬਲੇ ਇਸ ਮਹੀਨੇ ਇਹਨਾਂ ਕੀਮਤਾਂ ਦੇ ਵਿੱਚ ਸਭ ਤੋਂ ਜ਼ਿਆਦਾ ਕਮੀ ਪਾਈ ਗਈ। ਇਸ ਦੇ ਨਾਲ ਹੀ ਘਰ ਖਰੀਦਣ ਦੀ ਉਮੀਦ ਲਗਾਈ ਬੈਠੇ ਲੋਕਾਂ ਨੂੰ ਵੀ ਆਸ ਬੱਝੀ ਹੈ ਕਿ ਉਹਨਾਂ ਦੇ ਘਰਾਂ ਦੀਆਂ ਕੀਮਤਾਂ ਹੋਰ ਹੇਠਾਂ ਆਉਣ ਦੀ ਤਾਕ ਦੇ ਵਿੱਚ ਨੇ। ਸਾਲ ਦਰ ਸਾਲ ਹਿਸਾਬ ਦੇ ਨਾਲ ਘਰਾਂ ਦੀ ਕੀਮਤ ਦਾ ਸੂਚਕਾਂਕ 8.9% ਦੇ ਹਿਸਾਬ ਦੇ ਨਾਲ ਉੱਪਰ ਸੀ ਤੇ ਹਰੇਕ ਤਰ੍ਹਾਂ ਦੇ ਘਰਾਂ ਦੀ ਔਸਤ ਸੀਲਿੰਗ ਪ੍ਰਾਈਸ 0.9% ਦੇ ਹਿਸਾਬ ਦੇ ਨਾਲ $1,79,500 ਸੀ। ਜੁਲਾਈ ਦੇ ਮੁਕਾਬਲੇ ਇਹ ਸੂਚਕਾਂਕ ਘੱਟ ਸੀ।
ਉਧਰ ਰਿਚਮੰਡ ਹਿੱਲ ਦੇ ਵਿੱਚ ਗੱਡੀ ਵੱਲੋਂ ਟੱਕਰ ਮਾਰੇ ਜਾਣ ਦੇ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ। ਵੀਰਵਾਰ ਰਾਤ 9:15 ਵਜੇ ਦੇ ਨੇੜੇ-ਤੇੜੇ ਯੰਗ ਸਟਰੀਟ ਦੇ ਪੂਰਬ ਵੱਲ ਮੇਜਰ ਮੈਕੇਂਜੀ ਡਰਾਈਵ ਤੇ ਸੈਡਾਰ ਐਵਨਿਊ ਇਲਾਕੇ ਦੇ ਵਿੱਚ ਪੁਲਿਸ ਨੂੰ ਸੱਦਿਆ ਗਿਆ। ਜਦੋਂ ਉਹ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਇੱਕ ਮਹਿਲਾ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਮਿਲੀ। ਉਸ ਨੂੰ ਨੇੜਲੇ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਹਾਦਸੇ ਨੂੰ ਅੰਜਾਮ ਦੇਣ ਵਾਲੀ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦੇ ਅਨੁਸਾਰ ਮਹਿਲਾ ਨੂੰ ਟੱਕਰ ਮਾਰਨ ਵਾਲੀ ਗੱਡੀ 2009 ਤੋਂ 2011 ਮਾਡਲ ਦੀ ਕਾਲੀ ਹੋਂਡਾ ਸਿਵਿਕ ਹੋ ਸਕਦੀ ਹੈ। ਇਹ ਗੱਡੀ ਹਾਦਸੇ ਦੇ ਸਮੇਂ ਮੇਜਰ ਮੈਕੇਂਜੀ ਉੱਤੇ ਪੂਰਬ ਵੱਲ ਜਾ ਰਹੀ ਸੀ। ਪੁਲਿਸ ਅਨੁਸਾਰ ਹਾਦਸੇ ਦੇ ਕਾਰਨ ਗੱਡੀ ਦੇ ਸਾਹਮਣੇ ਵਾਲੀ ਵਿੰਡਸ਼ੀਲਡ ਨੂੰ ਨੁਕਸਾਨ ਪਹੁੰਚਿਆ ਹੋਵੇਗਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਭਾਰਤ ਅਤੇ ਚੀਨ ਦੇ ਵਿਚਾਲੇ ਚੱਲ ਰਹੇ ਸਰਹੱਦੀ ਤਣਾਅ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 3 ਸਾਲ ਬਾਅਦ ਮੁਲਾਕਾਤ ਹੋ ਸਕਦੀ ਹੈ। ਦੋਵਾਂ ਨੇਤਾਵਾਂ ਦੇ ਉਜ਼ਬੇਕਿਸਤਾਨ ਦੇ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬੈਠਕ ਸਤੰਬਰ ਦੇ ਅੱਧ ਦੇ ਵਿੱਚ ਹੋ ਸਕਦੀ ਹੈ। ਇਹ ਮੀਡੀਆ ਰਿਪੋਰਟ ਨੇ ਇਸ ਦੀ ਸੰਭਾਵਨਾ ਪ੍ਰਗਟਾਈ ਹੈ। ਦੋਵੇਂ ਇਸੇ ਸਾਲ ਨਵੰਬਰ ਦੇ ਅੱਧ ਦੇ ਵਿੱਚ ਮਿਲਣ ਜਦੋਂ G20 ਦੇਸ਼ਾਂ ਦੀ ਬੈਠਕ ਦੇ ਵਿੱਚ ਉਹ ਹਿੱਸਾ ਲੈਣ ਦੇ ਲਈ ਇੰਡੋਨੇਸ਼ੀਆ ਪਹੁੰਚਣਗੇ। ਹਾਲਾਂਕਿ ਮੀਡੀਆ ਰਿਪੋਰਟਾਂ ਨੇ ਇਸ ਬੈਠਕ ਨੂੰ ਭਾਰਤ ਦੇ ਲਈ ਖਤਰੇ ਦਾ ਭਰਿਆ ਦੱਸਿਆ। ਹਾਲ ਦੇ ਦਿਨਾਂ ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਤਣਾਅ ਦੇ ਬਾਵਜੂਦ ਚੀਨ ਦੇ ਵੱਲੋਂ ਦੋਵਾਂ ਦੇਸ਼ਾਂ ਦੇ ਵਿਚਾਲੇ ਸੰਬੰਧਾਂ ਨੂੰ ਆਮ ਵਾਂਗ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਭਾਰਤ ਸੁਚੇਤ ਹੈ। ਇਸ ਸਾਲ ਮਾਰਚ ਦੇ ਵਿੱਚ ਜਦੋਂ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯਿੰਗ ਜਦੋਂ ਭਾਰਤ ਦੇ ਦੌਰੇ ਤੇ ਆਏ ਤਾਂ ਭਾਰਤ ਨੇ ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਦੀ ਮੇਜ਼ਬਾਨੀ ਕੀਤੀ, ਪਰ ਨਾਲ ਹੀ ਨਾਲ ਇਹ ਸਖਤ ਸੰਦੇਸ਼ ਵੀ ਦਿੱਤਾ ਕਿ ਭਾਰਤ ਸਰਹੱਦ ਨੂੰ ਸਹੀ ਥਾਂ ਤੇ ਰੱਖਣ ਤੇ ਸੰਬੰਧਾਂ ਨੂੰ ਬਹਾਲ ਕਰਨ ਦੀ ਚੀਨ ਦੀ ਮੰਗ ਨੂੰ ਸਵੀਕਾਰ ਨਹੀਂ ਕਰੇਗਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ 29 ਅਗਸਤ ਨੂੰ ਇੱਕ ਵਾਰ ਫਿਰ ਦੁਹਰਾਇਆ ਕਿ ਭਾਰਤ ਅਤੇ ਚੀਨ ਦੇ ਵਿਚਾਲੇ ਸੰਬੰਧ ਉਦੋਂ ਹੀ ਆਮ ਵਾਂਗ ਹੋਣਗੇ ਜਦੋਂ ਸਰਹੱਦ ਤੇ ਸਥਿਤੀ ਆਮ ਵਾਂਗ ਹੋਵੇਗੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਵਿਦੇਸ਼ ਮੰਤਰੀ ਆਸਟ੍ਰੇਲੀਆ ਤੇ ਬ੍ਰਾਜ਼ੀਲ ਦੇ ਦੌਰੇ ਤੇ ਇਹ ਕਹਿ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਕੋਈ ਸ਼ਰਤਾਂ ਨਹੀਂ ਥੋਪ ਰਹੇ, ਸਗੋਂ ਦੋਵਾਂ ਧਿਰਾਂ ਦੇ ਵਿਚਾਲੇ ਹੋਏ ਸਮਝੌਤਿਆਂ ਨੂੰ ਲੈ ਕੇ ਤੱਥ ਸਾਹਮਣੇ ਰੱਖੇ ਨੇ। ਹਾਲਾਂਕਿ ਭਾਰਤ ਜਿਸ ਸਮਝੌਤੇ ਦੀ ਉਲੰਘਣਾ ਦਾ ਦੋਸ਼ ਚੀਨ ਤੇ ਲਗਾਉਂਦਾ ਹੈ, ਉਸ ਦਾ ਹਵਾਲਾ ਦਿੰਦਿਆਂ ਹੋਇਆਂ ਚੀਨੀ ਫੌਜ ਨੇ ਪਿਛਲੇ ਹਫ਼ਤੇ ਭਾਰਤ ਅਮਰੀਕਾ ਵਿਚਾਲੇ ਉਚਾਈ ਵਾਲੇ ਇਲਾਕਿਆਂ ਦੇ ਹੋਣ ਵਾਲੇ ਮਿਲਟਰੀ ਅਭਿਆਸ ਦਾ ਵਿਰੋਧ ਕੀਤਾ ਸੀ। ਮੋਦੀ ਅਤੇ ਜਿਨਪਿੰਗ ਦੇ ਵਿਚਾਲੇ ਹੋਈਆਂ ਪਿਛਲੀਆਂ ਬੈਠਕਾਂ ਨੂੰ ਦੋਵਾਂ ਪੱਖਾਂ ਨੇ ਸਰਹੱਦ ਤੇ ਤਣਾਅ ਨੂੰ ਘੱਟ ਕਰਨ ਦੇ ਲਈ ਮਦਦ ਕੀਤੀ ਸੀ। ਉਦੋਂ ਤੋਂ ਹੀ ਲਗਾਤਾਰ ਜਨਤਕ ਮੰਚਾਂ ਦੇ ਇਹ ਸੰਦੇਸ਼ ਦੁਹਰਾਉਂਦੇ ਰਹੇ। ਬੀਤੇ ਵੀਰਵਾਰ ਨੂੰ ਇਹ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਵਿੱਚ ਜਰਮਨੀ ਦੇ ਰਾਜਦੂਤ ਦੇ ਵੱਲੋਂ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਦਿੱਤੇ ਗਏ ਬਿਆਨ ਦਾ ਸਮਰਥਨ ਵੀ ਕੀਤਾ ਸੀ। ਦਰਅਸਲ ਜਰਮਨ ਰਾਜਦੂਤ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਤੇ ਚੀਨ ਦੇ ਦਾਅਵੇ ਗਲਤ ਨੇ, ਉਹ ਇੱਥੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ। ਜਰਮਨ ਰਾਜਦੂਤ ਫਿਲਿਪ ਐਕਰਮੈਨ ਦੇ ਬਿਆਨ ਨੇ ਜਿੱਥੇ ਚੀਨ ਨੂੰ ਨਾਰਾਜ਼ ਕੀਤਾ ਤਾਂ ਉੱਥੇ ਹੀ ਇਸ ਦੇ ਨਾਲ ਜੁੜੇ ਸਵਾਲਾਂ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਸਰਹੱਦੀ ਵਿਵਾਦ ਤੇ ਭਾਰਤ ਦੇ ਸਟੈਂਡ ਦੀ ਸ਼ਲਾਘਾ ਕਰਦਾ ਹੈ। ਸਿਖਰ ਸੰਮੇਲਨ ਦੀਆਂ ਤਿਆਰੀਆਂ ਦੇ ਵਿੱਚ ਲੱਗੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਮੀਡੀਆ ਰਿਪੋਰਟਾਂ ਦੇ ਵਿੱਚ ਦੱਸਿਆ ਕਿ ਸਾਰੇ ਪ੍ਰਬੰਧ ਕਰ ਲਏ ਗਏ ਨੇ। ਸਾਰੇ 8 ਮੈਂਬਰ ਦੇਸ਼ਾਂ ਦੇ ਨੇਤਾਵਾਂ ਦੇ ਵਿੱਚ ਆਉਣ ਦੀ ਉਮੀਦ ਹੈ। ਇਸ ਦੇ ਨਾਲ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਵੀ ਇਸ ਸਾਲ SCO ਦੀ ਬੈਠਕ ਦੇ ਵਿੱਚ ਮੈਂਬਰ ਦੇ ਤੌਰ ਤੇ ਜੁੜਨਗੇ। ਵਿਦੇਸ਼ ਮੰਤਰਾਲੇ ਨੇ ਪਹਿਲਾਂ ਦੱਸਿਆ ਸੀ ਕਿ SCO ਬੈਠਕ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੇ ਸਮਰਕੰਦ ਦੌਰੇ ਦਾ ਐਲਾਨ ਸਹੀ ਸਮੇਂ ਤੇ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਬੈਠਕ ਦੇ ਵਿੱਚ ਸ਼ਾਮਲ ਹੋਣ ਦੀ ਮਜ਼ਬੂਤ ਸੰਭਾਵਨਾ ਹੈ। ਇਸ ਦੇ ਲਈ ਵੀ ਹੈ ਕਿਉਂਕਿ ਭਾਰਤ ਹੁਣ SCO ਦਾ ਪ੍ਰਧਾਨ ਬਣ ਰਿਹਾ ਤੇ ਅਗਲੇ ਸਾਲ ਸੰਮੇਲਨ ਦੀ ਮੇਜ਼ਬਾਨੀ ਵੀ ਕਰੇਗਾ। ਉਧਰ ਸੁਰੱਖਿਆ ਫੋਰਸਾਂ ਨੇ ਜੰਮੂ ਕਸ਼ਮੀਰ ਦੇ ਸੋਪੋਰ ਉਪ ਜ਼ਿਲ੍ਹੇ ਦੇ ਵਿੱਚ ਲਸ਼ਕਰ ਤੈਅਬਾ ਦੇ ਇੱਕ ਹਾਈਬ੍ਰਿਡ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਸ਼ਕਰਗੁੰਡ ਸੋਪੋਰ ਦੇ ਵਿੱਚ ਪੁਲਿਸ ਫੌਜ ਤੇ CRPF ਦੇ ਵੱਲੋਂ ਸਥਾਪਿਤ ਕੀਤੀ ਗਈ ਇੱਕ ਸਾਂਝੀ ਚੌਂਕੀ ਤੋਂ ਸ਼ੁੱਕਰਵਾਰ ਰਾਤ ਨੂੰ ਗ੍ਰਿਫਤਾਰੀਆਂ ਕੀਤੀਆਂ ਗਈਆਂ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਤ ਕਰੀਬ 9:40 ਤੇ ਤਲਾਸ਼ੀ ਦੇ ਦੌਰਾਨ ਪਿੰਡ ਚੈਕਬਰਥ ਲਿੰਕ ਰੋਡ ਤੇ ਇੱਕ ਵਿਅਕਤੀ ਦੀ ਸ਼ੱਕੀ ਹਰਕਤ ਦੇਖਣ ਨੂੰ ਮਿਲੀ। ਬਾਅਦ ਦੇ ਵਿੱਚ ਉਸ ਨੂੰ ਰੁਕਣ ਦੇ ਲਈ ਵੀ ਕਿਹਾ ਗਿਆ, ਪਰ ਉਸਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਸੁਰੱਖਿਆ ਫੋਰਸਾਂ ਨੇ ਉਸ ਨੂੰ ਬੜੀ ਹੁਸ਼ਿਆਰੀ ਦੇ ਨਾਲ ਕਾਬੂ ਕਰ ਲਿਆ। ਉਸ ਦੀ ਨਿੱਜੀ ਤਲਾਸ਼ੀ ਲੈਣ ਤੇ ਉਸ ਕੋਲੋਂ ਇੱਕ ਪਿਸਟਲ ਤੇ ਇੱਕ ਮੈਗਜ਼ੀਨ ਬਰਾਮਦ ਹੋਈ। ਪੁਲਿਸ ਨੇ ਉਸ ਦੀ ਪਹਿਚਾਣ ਮੁਮਕ ਬਟਪੋਰਾ ਵਾਸੀ ਸ਼ਾਕਿਬ ਸ਼ਕੀਲ ਡਾਰਤ ਵਜੋਂ ਕੀਤੀ ਤੇ ਮੌਜੂਦਾ ਸਮੇਂ ਚੈਕੀਬਰਥ ਸਪੋਰਟ ਦੇ ਵਿੱਚ ਰਹਿ ਰਿਹਾ। ਉਸਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਗ੍ਰਿਫਤਾਰ ਵਿਅਕਤੀ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਤੈਅਬਾ ਦੇ ਹਾਈਬ੍ਰਿਡ ਅੱਤਵਾਦੀ ਵਜੋਂ ਕੰਮ ਕਰ ਰਿਹਾ ਸੀ ਤੇ ਸੁਰੱਖਿਆ ਫੋਰਸਾਂ ਦੇ ਨਾਗਰਿਕਾਂ ਤੇ ਹਮਲੇ ਕਰਨ ਦੇ ਲਈ ਲਗਾਤਾਰ ਮੌਕੇ ਦੀ ਤਲਾਸ਼ ਦੇ ਵਿੱਚ ਸੀ। ਪੁਲਿਸ ਨੇ ਕਿਹਾ ਕਿ ਇਸ ਸੰਬੰਧ ਵਿੱਚ ਸਪੋਰਟ ਥਾਣੇ ਦੇ ਵਿੱਚ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ RP ਸਿੰਘ ਨੇ ਕਸ਼ਮੀਰੀ ਹਿੰਦੂਆਂ ਦੀ ਬੇਰਹਿਮੀ ਦੇ ਨਾਲ ਹੱਤਿਆ ਦਾ ਮੁੱਦਾ ਉਠਾਉਂਦੇ ਹੋਇਆ ਕਿਹਾ ਕਿ ਗੈਰ ਸਰਕਾਰੀ ਸੰਗਠਨ ਵੀ ਦਾ ਸਿਟੀਜ਼ਨ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਜਸਟਿਸ ਗਵਈ ਤੇ ਰਵੀ ਕੁਮਾਰ ਨੇ ਕਿਹਾ ਕਿ ਪੂਰੀ ਤਰ੍ਹਾਂ ਕਾਰਜਕਾਰੀ ਦੇ ਖੇਤਰ ਦੇ ਵਿੱਚ ਹੈ। ਇਸ ਦੇ ਮੱਦੇਨਜ਼ਰ ਮੈਂ ਆਪਣੀ ਪਹਿਲੀ ਅਪੀਲ ਨੂੰ ਦੁਹਰਾਉਣਾ ਕਸ਼ਮੀਰੀ ਪੰਡਤਾਂ ਦੀ ਨਸਲਕੁਸ਼ੀ ਦੇ ਵਿੱਚ ਸ਼ਾਮਲ ਦੋਸ਼ੀਆਂ ਦੀ ਪਹਿਚਾਣ ਕਰਨ ਦੇ ਲਈ ਜਾਂਚ ਕਮਿਸ਼ਨ ਦੇ ਲਈ RP ਸਿੰਘ ਨੇ ਟਵੀਟ ਕਰਦਿਆਂ ਕਿਹਾ ਕਸ਼ਮੀਰੀ ਹਿੰਦੂਆਂ ਦੀ ਬੇਰਹਿਮੀ ਦੇ ਨਾਲ ਹੱਤਿਆ 30 ਸਾਲ ਪਹਿਲਾਂ 14 ਸਤੰਬਰ 1999 ਨੂੰ ਸ਼ੁਰੂ ਹੋਈ ਸੀ, ਜਦੋਂ ਭਾਜਪਾ ਦੇ ਉੱਚ ਕੋਟੀ ਦੇ ਆਗੂ ਪੰਡਤ ਟਿੱਕਾ ਲਾਲ ਤਪਲੂ ਇੱਕ ਉੱਗੇ ਵਕੀਲ ਦੀ ਹੱਤਿਆ ਕਰ ਦਿੱਤੀ ਗਈ ਸੀ। ਉਹਨਾਂ ਦੀ ਹੱਤਿਆ ਨੇ ਟਾਰਗੇਟ ਹੱਤਿਆਵਾਂ ਦੀ ਲੜੀ ਸ਼ੁਰੂ ਕੀਤੀ। ਕਸ਼ਮੀਰ ਦੇ ਵਿੱਚ ਹਿੰਦੂਆਂ ਤੇ ਸਿੱਖਾਂ ਦੇ ਚੋਣਵੇਂ ਢੰਗ ਦੇ ਨਾਲ ਕਤਲ ਕੀਤਾ ਗਿਆ। ਇਸਲਾਮਿਕ ਅੱਤਵਾਦੀਆਂ ਨੇ 2 ਦਿਨਾਂ ਦੇ ਵਿੱਚ 5 ਨੂੰ ਮਾਰ ਦਿੱਤਾ। ਸ਼੍ਰੀਨਗਰ ਦੇ ਵਿੱਚ ਦਿਨ ਦਿਹਾੜੇ 2 ਅਧਿਆਪਕਾਂ ਦੀ ਹੱਤਿਆ ਕੀਤੀ ਗਈ, ਜਿਸ ਦੇ ਵਿੱਚੋਂ ਇੱਕ ਸਿੱਖ ਤੇ ਇੱਕ ਕਸ਼ਮੀਰੀ ਪੰਡਤ ਹੈ। ਅਧਿਕਾਰੀਆਂ ਦੀ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ਦੇ ਵਿੱਚੋਂ ਇੱਕ ਸਤਿੰਦਰ ਕੌਰ ਹੈ।
ਉਧਰ ਵੀਰਵਾਰ ਨੂੰ ਤਰਨਤਾਰਨ ਦੇ ਪਿੰਡ ਠੱਕਰਪੁਰਾ ਦੇ ਕੈਥੋਲਿਕ ਚਰਚ ਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਜ਼ਿਲ੍ਹਾ ਪੁਲਿਸ ਨੇ ਕੀ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ। ਇਸ ਦੇ ਨਾਲ ਹੀ ਨਾਲ 5 ਵਿਅਕਤੀਆਂ ਦੀ ਪਛਾਣ ਕਰਕੇ ਇਸ ਦੀ ਵੀਡੀਓਗ੍ਰਾਫੀ ਵੀ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਦੇ ਸਕੈਚ ਵੀ ਤਿਆਰ ਕਰਵਾਏ ਨੇ ਤੇ ਕੋਈ ਸੁਰਾਗ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਮੰਗਲਵਾਰ ਦੇਰ ਰਾਤ ਪਿੰਡ ਠੱਕਰਪੁਰਾ ਦੇ ਵਿੱਚ ਕੈਥੋਲਿਕ ਚਰਚ ਦੇ 4 ਲੋਕਾਂ ਨੇ ਹਮਲਾ ਕਰਕੇ ਮੂਰਤੀਆਂ ਦੀ ਭੰਨਤੋੜ ਕੀਤੀ ਤੇ ਪਾਦਰੀ ਦੀ ਬਲੈਰੋ ਕਾਰ ਨੂੰ ਵੀ ਅੱਗ ਲਗਾ ਦਿੱਤੀ। ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਮਾਮਲੇ ਦੇ ਵਿੱਚ ਐਸਪੀ ਵਿਸ਼ਾਲਜੀਤ ਸਿੰਘ ਦੀ ਅਗਵਾਈ ਦੇ ਵਿੱਚ ਐਸਆਈਟੀ ਦਾ ਗਠਨ ਕੀਤਾ। ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਚਰਚ ਤੇ ਹਮਲੇ ਦੇ ਮਾਮਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ ਹੈ। ਕਰੀਬ 18 ਸੀਸੀਟੀਵੀ ਕੈਮਰਿਆਂ ਦੀ ਫੁਟੇਜ, 8 ਪਿੰਡਾਂ ਦੇ ਸ਼ੱਕੀ ਵਿਅਕਤੀ, ਸਮਗਲਰ ਤੇ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਵਿਅਕਤੀਆਂ ਦਾ ਰਿਕਾਰਡ ਵੀ ਸਕੈਨ ਕੀਤਾ ਗਿਆ। ਜਾਂਚ ਦੇ ਵਿੱਚ ਫਿੰਗਰਪ੍ਰਿੰਟਸ, ਕੁੱਤਿਆਂ ਦੀ ਟੀਮ ਦੇ ਮਾਹਰਾਂ ਦਾ ਸਹਿਯੋਗ ਵੀ ਲਿਆ ਗਿਆ। ਸਾਈਬਰ ਕ੍ਰਾਈਮ ਸੈੱਲ ਦੀ ਵਿਸ਼ੇਸ਼ ਟੀਮ ਨੂੰ ਬੁਲਾ ਕੇ ਵੀਡੀਓ ਫੁਟੇਜ ਦੇ ਆਧਾਰ ਦੇ ਉੱਤੇ ਮੁਲਜ਼ਮਾਂ ਦੇ ਸਕੈਚ ਤਿਆਰ ਕੀਤੇ ਗਏ। ਸਕੈਚ ਦੇ ਵਿੱਚ ਦੋਸ਼ੀ ਦੇ ਸਿਰਫ ਪਿਛਲੇ ਅਤੇ ਸਾਈਡ ਦੇ ਪੋਜ਼ ਹੀ ਦਿਖਾਈ ਦੇ ਰਹੇ ਨੇ। ਮੁਲਜ਼ਮਾਂ ਨੇ ਇੱਕ ਦੂਜੇ ਦੇ ਨਾਲ ਗੱਲ ਨਹੀਂ ਕੀਤੀ। ਚਿਹਰਾ ਨਾ ਦਿਸਣ ਤੇ ਆਵਾਜ਼ ਨਾ ਮਿਲਣ ਕਾਰਨ ਮੁਲਜ਼ਮਾਂ ਦੀ ਪਛਾਣ ਕਰਨੀ ਔਖੀ ਹੋਈ ਹੈ। ਚਰਚ ਦੇ ਅੰਦਰ ਹੋਈ ਬੇਅਦਬੀ ਤੋਂ ਬਾਅਦ ਈਸਾਈ ਸਮਾਜ ਦੇ ਲੋਕਾਂ ਦੇ ਵਿੱਚ ਤਣਾਅ ਦਾ ਮਾਹੌਲ ਹੈ। ਇਸੇ ਦੌਰਾਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸ਼ੁੱਕਰਵਾਰ ਤਰਨਤਾਰਨ ਪੁੱਜੇ। ਉਹ ਚਰਚ ਦੇ ਅਧਿਕਾਰੀਆਂ ਨੂੰ ਮਿਲੇ। ਇਸ ਦੌਰਾਨ ਰਾਜਾ ਵੜਿੰਗ ਨੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਸਾਰੇ ਡੀਜੀਪੀ ਪੰਜਾਬ ਨੂੰ ਮਿਲ ਕੇ ਉੱਚ ਪੱਧਰੀ ਕਮੇਟੀ ਬਣਾ ਕੇ ਮਾਮਲੇ ਦੀ ਜਾਂਚ ਦੀ ਮੰਗ ਕਰਨਗੇ। ਉਹਨਾਂ ਨੇ ਭਰੋਸਾ ਦਿੱਤਾ ਕਿ ਕਾਂਗਰਸ ਉਹਨਾਂ ਦੇ ਨਾਲ ਖੜੀ ਹੈ। ਸ਼ੁੱਕਰਵਾਰ ਨੂੰ ਤਰਨਤਾਰਨ ਪਹੁੰਚੇ ਕਾਂਗਰਸੀ ਆਗੂਆਂ ਨੇ ਇੱਕ ਗੱਲ ਦਾ ਖੁਲਾਸਾ ਕੀਤਾ। ਘਟਨਾ ਤੋਂ ਕੁਝ ਦਿਨ ਪਹਿਲਾਂ ਚਰਚ ਦੇ ਫਲੈਕਸ ਨੂੰ ਕਿਸੇ ਅਣਪਛਾਤੇ ਵਿਅਕਤੀ ਦੇ ਵੱਲੋਂ ਜਾਣਬੁੱਝ ਕੇ ਪਾੜ ਦਿੱਤਾ ਗਿਆ। ਚਰਚ ਦੇ ਅਧਿਕਾਰੀਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਪਰ ਪੁਲਿਸ ਨੇ ਉਸ ਦੀ ਸ਼ਿਕਾਇਤ ਤੇ ਕੋਈ ਧਿਆਨ ਨਹੀਂ ਦਿੱਤਾ। ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਈਚਾਰਿਆਂ ਦੀ ਘੱਟ ਗਿਣਤੀ ਦਰਜੇ ਨੂੰ ਸੂਬਾ ਪੱਧਰ ਤੇ ਨਹੀਂ ਸਗੋਂ ਕੌਮੀ ਪੱਧਰ ਤੇ ਨਿਰਧਾਰਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਭਾਰਤ ਦੀ ਸੁਪਰੀਮ ਕੋਰਟ ਪੰਜਾਬ ਦੇ ਵਿੱਚ ਸਿੱਖ ਘੱਟ ਗਿਣਤੀ ਸੰਸਥਾਵਾਂ ਦੇ ਮਾਮਲੇ ਨੂੰ ਪਹਿਲ ਦੇ ਆਧਾਰ ਤੇ ਲੈ ਰਹੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਟੀਸ਼ਨਕਰਤਾ ਦੀ ਮੁੱਖ ਦਲੀਲ ਇਹ ਹੈ ਕਿ ਸਿੱਖ ਪੰਜਾਬ ਦੇ ਵਿੱਚ ਘੱਟ ਗਿਣਤੀ 'ਚ ਨਹੀਂ ਹਨ ਔਰ ਇਸ ਦੇ ਲਈ ਇਹਨਾਂ ਸੰਸਥਾਵਾਂ ਨੂੰ ਘੱਟ ਗਿਣਤੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਇਸ ਦਾ ਮਤਲਬ ਹੈ ਕਿ ਕਿਸੇ ਭਾਈਚਾਰੇ ਦੀ ਘੱਟ ਗਿਣਤੀ ਸਥਿਤੀ ਦਾ ਫੈਸਲਾ ਸੂਬਾ ਪੱਧਰ ਤੇ ਕੀਤਾ ਜਾਣਾ ਚਾਹੀਦਾ, ਨਾ ਕਿ ਰਾਸ਼ਟਰੀ ਪੱਧਰ ਤੇ। ਇਸ ਲਈ ਮੌਜੂਦਾ ਸਮੇਂ ਦੇ ਵਿੱਚ ਵੱਖ-ਵੱਖ ਭਾਈਚਾਰਿਆਂ ਦੀ ਘੱਟ ਗਿਣਤੀ ਸਥਿਤੀ ਦਾ ਰਾਸ਼ਟਰੀ ਪੱਧਰ ਤੇ ਫੈਸਲਾ ਕੀਤਾ ਜਾ ਸਕਦਾ ਔਰ ਇਹ ਸਹੀ ਹੈ। ਕੈਪਟਨ ਨੇ ਕਿਹਾ ਕਿ ਸੂਬਾ ਪੱਧਰ ਤੇ ਘੱਟ ਗਿਣਤੀ ਦਰਜ ਦੇ ਨਾਲ ਗੰਭੀਰ ਸਮਾਜਿਕ ਤੇ ਸਿਆਸੀ ਹੀ ਨਹੀਂ ਸਗੋਂ ਬੁਰੇ ਤਕਨੀਕੀ ਤੇ ਕਾਨੂੰਨੀ ਪ੍ਰਭਾਵ ਵੀ ਹੋ ਸਕਦੇ ਨੇ, ਜਿਸ ਦੇ ਨਾਲ ਸਮਾਜ ਦੇ ਵਿੱਚ ਵਿਵਾਦ ਅਤੇ ਸ਼ਾਂਤੀ ਪੈਦਾ ਹੋ ਸਕਦੀ ਹੈ। ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਵਿੱਚ ਸਿੱਖਾਂ ਦੀ ਘੱਟ ਗਿਣਤੀ ਨਾ ਹੋਣ ਦੇ ਲਈ ਪਟੀਸ਼ਨ ਦਾਇਰ ਕੀਤੀ ਗਈ, ਜਿਸ ਤੇ ਕੈਪਟਨ ਨੇ ਇਹ ਗੱਲ ਕਹੀ ਹੈ। ਪ੍ਰਧਾਨ ਮੰਤਰੀ ਨੇ ਇੱਕ ਪੁਰਜ਼ੋਰ ਅਪੀਲ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਸੁਪਰੀਮ ਕੋਰਟ ਪੰਜਾਬ ਦੇ ਵਿੱਚ ਸਿੱਖ ਘੱਟ ਗਿਣਤੀ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਪਟੀਸ਼ਨ ਦਾਇਰ ਕਰਨ ਵਾਲੇ ਦਾ ਤਰਕ ਹੈ ਕਿ ਪੰਜਾਬ ਦੇ ਵਿੱਚ ਸਿੱਖ ਘੱਟ ਗਿਣਤੀ ਨਹੀਂ ਹਨ, ਇਸ ਦੇ ਲਈ ਇਹਨਾਂ ਸੰਸਥਾਵਾਂ ਨੂੰ ਘੱਟ ਗਿਣਤੀ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਇਸ ਦਾ ਮਤਲਬ ਹੈ ਕਿ ਇਹ ਨਿਕਲਦਾ ਹੈ ਕਿ ਕਿਸੇ ਭਾਈਚਾਰੇ ਦੀ ਘੱਟ ਗਿਣਤੀ ਹੋਣ ਦਾ ਦਰਜਾ ਸੂਬਾ ਪੱਧਰ ਤੇ ਕੀਤਾ ਜਾਣਾ ਚਾਹੀਦਾ ਹੈ। ਮੌਜੂਦਾ ਸਮੇਂ ਦੇ ਵਿੱਚ ਇਹ ਰਾਸ਼ਟਰੀ ਪੱਧਰ ਤੇ ਕੀਤਾ ਜਾਂਦਾ ਔਰ ਇਹ ਸਹੀ ਹੈ। ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਸੂਬਿਆਂ ਦੇ ਕੋਲ ਸਹੀ ਡੇਟਾ ਨਾ ਹੋਵੇ। ਇਸ ਦੇ ਵਿੱਚ ਸੰਭਵ ਹੈ ਕਿ ਉਹ ਆਪਣੇ ਕੋਲ ਉਪਲਬਧ ਡੇਟਾ ਵੀ ਵੱਖ ਵਿਆਖਿਆ ਕਰਦੇ ਹੋਣ। ਸੂਬਿਆਂ ਦੇ ਕੋਲੋਂ ਲੋਕਲ ਸਮਾਜੀ ਤੇ ਸਿਆਸੀ ਜ਼ਰੂਰਤਾਂ ਦੇ ਅਨੁਕੂਲ ਹੋਣ ਦੇ ਲਈ ਡੇਟਾ ਦੇ ਇਸਤੇਮਾਲ ਦੇ ਵੀ ਵੱਖ-ਵੱਖ ਸਮਾਂ ਸੀਮਾ ਲਾਗੂ ਕਰਨ ਦੀ ਸੰਭਾਵਨਾ ਨੂੰ ਨਕਾਰਿਆ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਤਾਂ ਕੇਂਦਰ ਦੇ ਸੂਬੇ ਦੇ ਵਿਵਾਦ ਤੋਂ ਇਲਾਵਾ ਅੰਤਰਰਾਜੀ ਤਣਾਅ ਵੱਧ ਸਕਦਾ ਹੈ। ਇਸ ਦੇ ਲਈ ਸਮਾਜ ਦਾ ਧਰੁਵੀਕਰਨ ਵੀ ਹੋ ਸਕਦਾ, ਜਿਸ ਦੇ ਨਾਲ ਰਾਸ਼ਟਰੀ ਅਖੰਡਤਾ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੱਤਰ ਵਿੱਚ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਤੁਸੀਂ ਇਸ ਮਾਮਲੇ ਦੀ ਢੁਕਵੀਂ ਜਾਂਚ ਕਰੋਗੇ ਤੇ ਭਾਰਤ ਸਰਕਾਰ ਦੇ ਸੰਬੰਧਿਤ ਮੰਤਰਾਲਿਆਂ ਨੂੰ ਮੌਜੂਦਾ ਪ੍ਰਣਾਲੀ ਤੇ ਪੰਜਾਬ ਅਤੇ ਹੋਰ ਸੂਬਿਆਂ ਦੇ ਵਿੱਚ ਸਿੱਖ ਸੰਸਥਾਵਾਂ ਦੇ ਘੱਟ ਗਿਣਤੀ ਰੁਤਬੇ ਦਾ ਬਚਾਅ ਦੇ ਲਈ ਵੀ ਸਲਾਹ ਦੇਵੋਗੇ। ਉਧਰ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਡਾਇਰੈਕਟਰ ਸਿਹਤ ਸੇਵਾਵਾਂ ਦੇ ਅਨੁਸਾਰ ਦੋਵੇਂ ਮਰੀਜ਼ ਠੀਕ ਨੇ, ਚੰਡੀਗੜ੍ਹ ਦੇ ਵਿੱਚ ਹਸਪਤਾਲ ਦੇ ਵਿੱਚ ਦਾਖਲ ਨੇ। ਚੰਡੀਗੜ੍ਹ ਦੇ ਵਿੱਚ ਜਿੱਥੇ 2 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਉੱਥੇ ਹੀ ਪੰਚਕੂਲਾ ਦੇ ਵਿੱਚ 1 ਮਰੀਜ਼ ਦੀ ਪੁਸ਼ਟੀ ਹੋਈ ਹੈ। ਹੁਣ ਪੰਚਕੂਲਾ ਦੇ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ 5 ਹੋ ਚੁੱਕੀ ਹੈ ਤੇ ਸਰਗਰਮ ਮਰੀਜ਼ਾਂ ਦੀ ਗਿਣਤੀ 2 ਹੈ, ਜਿਨ੍ਹਾਂ ਦੇ ਵਿੱਚੋਂ 1 ਹਸਪਤਾਲ ਦੇ ਵਿੱਚ ਦਾਖਲ ਹੈ, ਜਦਕਿ 1 ਮਰੀਜ਼ ਦੀ ਹੁਣ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਸਵਾਈਨ ਫਲੂ ਸੰਬੰਧੀ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਿਹਤ ਵਿਭਾਗ ਦੇ ਮੁਤਾਬਕ ਸਵਾਈਨ ਫਲੂ ਦੇ ਨਾਲ ਨਜਿੱਠਣ ਦੇ ਲਈ ਹਸਪਤਾਲਾਂ ਦੇ ਸਾਰੇ ਪ੍ਰਬੰਧ ਕੀਤੇ ਗਏ ਨੇ। ਸਿਹਤ ਵਿਭਾਗ ਦੇ ਵੱਲੋਂ ਵੈਕਟਰ ਬੋਰਨ ਬਿਮਾਰੀ ਦੀ ਰੋਕਥਾਮ ਦੇ ਲਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਲੋਕਾਂ ਦੀ ਸਕਰੀਨਿੰਗ, ਸਫਾਈ ਤੇ ਘਰ-ਘਰ ਜਾ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਸਿਹਤ ਵਿਭਾਗ ਦੇ ਅਨੁਸਾਰ ਸ਼ਹਿਰ ਦੇ ਵਿੱਚ ਹੁਣ ਤੱਕ ਡੇਂਗੂ ਦੇ 60 ਮਾਮਲੇ ਦੀ ਪੁਸ਼ਟੀ ਹੋਈ ਹੈ। ਸ਼ੁੱਕਰਵਾਰ 6 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਪਿਛਲੀ ਵਾਰ ਦੇ ਮੁਕਾਬਲੇ ਹੁਣ ਤੱਕ ਘੱਟ ਮਾਮਲੇ ਹੀ ਸਾਹਮਣੇ ਆਏ ਨੇ। ਪਿਛਲੀ ਵਾਰ ਕਈ ਕਿਸਮ ਦੇ ਕੇਸ ਦੇਖਣ ਨੂੰ ਮਿਲੇ ਸਨ, ਬਹੁਤ ਹੀ ਗੰਭੀਰ ਸਨ। ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦੀ ਲੋੜ ਸੀ। ਪਲੇਟਲੇਟਸ ਬਹੁਤ ਹੀ ਤੇਜ਼ੀ ਦੇ ਨਾਲ ਘਟ ਰਹੇ ਸਨ। ਉਧਰ ਪੰਜਾਬ ਦੇ ਵਿੱਚ 4 ਸਤੰਬਰ ਤੋਂ ਬਾਅਦ ਡੀਜੀਪੀ ਵੀਕੇ ਭਵਰਾ ਹੋਣਗੇ ਜਾਂ ਫਿਰ ਗੌਰਵ ਯਾਦਵ ਹੀ ਰਹਿਣਗੇ। ਇਸ ਨੂੰ ਲੈ ਕੇ ਸਸਪੈਂਸ ਵਧਿਆ ਹੋਇਆ ਹੈ। ਯੂਪੀਐਸਸੀ ਦੀ ਮਨਜ਼ੂਰੀ ਦੇ ਨਾਲ ਲੱਗੇ ਵੀਕੇ ਭਵਰਾ 4 ਸਤੰਬਰ ਨੂੰ ਛੁੱਟੀ ਤੋਂ ਪਰਤ ਰਹੇ ਨੇ। ਸਰਕਾਰ ਦੇ ਫਿਲਹਾਲ ਉਹਨਾਂ ਦੀ ਥਾਂ ਤੇ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਲਗਾਇਆ ਸੀ। ਅਜਿਹੇ ਦੇ ਵਿੱਚ ਫਿਰ ਤੋਂ ਭਵਰਾ ਨੂੰ ਡੀਜੀਪੀ ਲਗਾਉਣਾ ਹੋਵੇਗਾ ਜਾਂ ਫਿਰ ਗੌਰਵ ਯਾਦਵ ਪੁਲਿਸ ਫੋਰਸ ਹੈੱਡ ਬਣੇ ਰਹਿਣਗੇ। ਅਜੇ ਵਿੱਚ ਇਹ ਗੱਲ ਕਲੀਅਰ ਨਹੀਂ ਹੋਈ। ਸਰਕਾਰ ਭਵਰਾ ਨੂੰ ਫਿਰ ਨਹੀਂ ਲਗਾਉਣਾ ਚਾਹੁੰਦੀ, ਇਸ ਲਈ ਕਾਨੂੰਨੀ ਰਾਏ ਲਈ ਜਾ ਰਹੀ ਹੈ। ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਵੀਕੇ ਭਵਰਾ ਡੀਜੀਪੀ ਬਣੇ ਸਨ। ਉਹਨਾਂ ਦੀ ਨਿਯੁਕਤੀ ਯੂਪੀਐਸਸੀ ਤੋਂ ਆਏ
ਪੈਨਲ ਤੋਂ ਬਾਤ ਕੀਤੀ ਗਈ ਸੀ। ਸੁਪਰੀਮ ਕੋਰਟ ਦੇ ਬਣਾਏ ਨਿਯਮਾਂ ਦੇ ਮੁਤਾਬਕ ਇਹ ਨਿਯੁਕਤੀ 2 ਸਾਲ ਦੇ ਲਈ ਹੋਈ ਹੈ। ਪਿਛਲੀ ਸਰਕਾਰ ਨੇ 10 ਆਈਪੀਐਸ ਅਧਿਕਾਰੀ ਦਾ ਪੈਨਲ यूपीएससी ਨੂੰ ਭੇਜਿਆ ਸੀ। ਇਹਨਾਂ ਵਿੱਚੋਂ 3 ਅਧਿਕਾਰੀ ਸ਼ਾਰਟਲਿਸਟ ਹੋ ਕੇ ਆਏ ਸਨ, ਜਿਨ੍ਹਾਂ ਦੇ ਵਿੱਚ ਭਵਰਾਂ ਨੂੰ ਨਿਯੁਕਤ ਕੀਤਾ ਗਿਆ। ਜੇਕਰ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਨੂੰ ਛੁੱਟੀ ਤੋਂ ਪਰਤਣ ਤੇ ਡੀਜੀਪੀ ਨਹੀਂ ਲਗਵਾਉਂਦੀ ਤਾਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰ ਸਕਦੇ ਨੇ। ਜੇਕਰ ਅਜਿਹਾ ਹੋਇਆ ਤਾਂ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਮੁਸ਼ਕਲ ਵੱਧ ਸਕਦੀ ਹੈ। ਆਪ ਸਰਕਾਰ ਵੀ ਭਵਰਾਂ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੀਫ ਲਗਾਉਣਾ ਚਾਹੁੰਦੀ ਹੈ। ਇਸ ਦੇ ਅੰਦਰ ਖਾਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਪਰ ਹਾਲਾਂਕਿ ਪਰਮਾਨੈਂਟ ਡੀਜੀਪੀ ਵਜੋਂ ਨਿਯੁਕਤ ਭਵਰਾਂ ਨੇ ਇਸ ਦੇ ਲਈ ਰਾਜ਼ੀ ਨਹੀਂ ਹੋਏ ਤਾਂ ਸਰਕਾਰ ਦੇ ਲਈ ਇਹ ਫੈਸਲਾ ਲੈਣਾ ਆਸਾਨ ਨਹੀਂ ਹੋਵੇਗਾ। ਇਸ ਦੇ ਨਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਨੂੰ ਦਿਓ ਇਜਾਜ਼ਤ। ਤੁਸੀਂ ਜੁੜੇ ਰਹੋ HSN ਨਿਊਜ਼ ਦੇ ਨਾਲ।